ਤੇ ਹੁਣ ਗੱਲ ਕਰਦੇ ਹਾਂ ਅਸਤੀਫਿਆਂ ਦੀ। ਅੱਜ ਇੱਕ ਵੱਡਾ ਅਸਤੀਫਾ ਹੋਇਆ ਐਡਵੋਕੇਟ ਜਨਰਲ ਦਾ, ਜਿਸ ਤੋਂ ਬਾਅਦ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ, ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ। ਕਿਉਂ ਇਹ ਟਿਕ ਨਹੀਂ ਰਹੇ ਨੇ, ਇਹ ਇੱਕ ਵੱਡਾ ਸਵਾਲ ਹੈ। ਐਡਵੋਕੇਟ ਜਨਰਲ ਦੇ ਅਸਤੀਫੇ ਤੇ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅੱਜ ਫੇਰ ਘੇਰਿਆ ਹੈ ਤੇ ਵਾਰ-ਵਾਰ ਇਲਜ਼ਾਮ ਲੱਗ ਰਹੇ ਨੇ ਕਿ ਦਿੱਲੀ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹੀ ਇਸ ਦੀ ਵਜ੍ਹਾ ਹੈ। ਦਿੱਲੀ ਦੀ ਦਖਲ ਅੰਦਾਜ਼ੀ ਨੂੰ ਇਸ ਅਸਤੀਫੇ ਲਈ ਜ਼ਿੰਮੇਵਾਰ ਵਿਰੋਧੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ, ਜਦਕਿ ਅਨਮੋਲ ਰਤਨ ਸਿੱਧੂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਨਿੱਜੀ ਕਾਰਨਾਂ ਦਾ ਹੀ ਹਵਾਲਾ ਦਿੱਤਾ। ਉਹਨਾਂ ਦਾ ਜਿਹੜਾ ਅਸਤੀਫਾ ਵੀ ਜਿਹੜਾ ਜਨਤਕ ਤੌਰ ਦੇ ਉੱਪਰ ਸਾਹਮਣੇ ਆਇਆ ਉਸ ਦੇ ਵਿੱਚ ਵੀ ਉਹਨਾਂ ਨੇ ਨਿੱਜੀ ਕਾਰਨ ਹੀ ਦੱਸੇ ਨੇ ਕਿ ਉਹ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਰਹੇ ਨੇ। ਤੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਨਾਲ ਵੀ ਗੱਲਬਾਤ ਕੀਤੀ ਗਈ ਹੈ ਸਾਡੇ ਵੱਲੋਂ। ਉਹਨਾਂ ਨੇ ਕਿਹਾ ਕਿ ਮੈਰਿਟ ਦੇ ਉੱਤੇ ਮੇਰੀ ਨਿਯੁਕਤੀ ਹੋਈ ਹੈ, ਮੈਂ ਪਹਿਲਾਂ ਕਿਸੇ ਨੂੰ ਨਹੀਂ ਜਾਣਦਾ ਸੀ। ਤੇ ਫਿਰ ਉਹ ਧੰਨਵਾਦ ਕਰਦੇ ਵੀ ਨਜ਼ਰ ਆਏ ਨੇ ਭਗਵੰਤ ਮਾਨ ਦਾ ਤੇ ਅਰਵਿੰਦ ਕੇਜਰੀਵਾਲ ਦਾ, ਜਿਨ੍ਹਾਂ ਨੇ ਉਹਨਾਂ ਦੀ ਸਿਲੈਕਸ਼ਨ ਕੀਤੀ ਹੈ। ਏਜੀ ਦੇ ਅਸਤੀਫੇ ਨੇ ਸਰਕਾਰ ਦੇ ਮੱਥੇ ਤੇ ਪਾਈਆਂ ਤਿਉੜੀਆਂ। 4 ਮਹੀਨਿਆਂ 'ਚ ਅਜਿਹਾ ਕੀ ਹੋਇਆ? ਅਨਮੋਲ ਰਤਨ ਸਿੱਧੂ ਨੇ ਕਿਉਂ ਦਿੱਤਾ ਅਸਤੀਫਾ? ਵਿਰੋਧੀ ਪੁੱਛ ਰਹੇ ਨੇ ਸਵਾਲ, ਚੁੱਕ ਰਹੇ ਨੇ ਉਂਗਲਾਂ। ਆਮ ਆਦਮੀ ਪਾਰਟੀ ਵੱਲੋਂ ਏਜੀ ਨਿਯੁਕਤ ਕੀਤੇ ਗਏ ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਸਰਕਾਰ ਵੱਲੋਂ ਉਹਨਾਂ ਦੀ ਥਾਂ ਤੇ ਵਿਨੋਦ ਘਈ ਨੂੰ ਨਵਾਂ ਐਡਵੋਕੇਟ ਜਨਰਲ ਵੀ ਨਿਯੁਕਤ ਕਰ ਦਿੱਤਾ ਗਿਆ। ਸਿੱਧੂ ਦੇ ਅਸਤੀਫੇ ਦੀ ਖਬਰ ਭਾਵੇਂ ਇਸ ਮੰਗਲਵਾਰ ਨੂੰ ਆਈ ਹੋਵੇ, ਪਰ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਇੱਕ ਹਫ਼ਤੇ ਪਹਿਲਾਂ ਹੀ ਯਾਨੀ ਕਿ 19 ਜੁਲਾਈ ਨੂੰ ਹੀ ਸੌਂਪ ਦਿੱਤਾ ਗਿਆ ਸੀ। ਅਨਮੋਲ ਰਤਨ ਸਿੱਧੂ ਨੇ ਅਸਤੀਫੇ ਦੀ ਵਜ੍ਹਾ ਨੂੰ ਨਿੱਜੀ ਦੱਸਿਆ ਹੈ ਤੇ ਅਜਿਹੀ ਜ਼ਿੰਮੇਵਾਰੀ ਦੇਣ ਦੇ ਲਈ ਸੀਐਮ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ। ਪਰ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਰ ਅਜਿਹਾ ਹੋਇਆ ਕੀ ਕਿ ਇੰਨੇ ਵੱਡੇ ਅਹੁਦੇ ਤੋਂ ਮਹਿਜ਼ 4 ਮਹੀਨਿਆਂ 'ਚ ਹੀ ਸਿੱਧੂ ਨੇ ਅਸਤੀਫਾ ਦੇ ਦਿੱਤਾ। ਨੂੰ ਆਏ ਨੇ ਜੀ, ਮੇਰੇ ਪਰਸਨਲ ਰੀਜ਼ਨ ਸੀ। ਆਈ ਹੈਵ ਹਾਈ ਰਿਸਪੈਕਟ ਫॉर ਮਾਈ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ। ਸਾਰਾ ਮੈਂ 19 ਨੂੰ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਮੈਂ ਬਹੁਤ ਸੇਵਾ ਕਰਤੀ, ਹੁਣ ਮੈਨੂੰ ਥੋੜੇ ਜਿਹੇ ਮੇਰੇ ਪਰਸਨਲ ਕੰਮਾਂ ਕਰਕੇ ਮੈਨੂੰ ਛੁੱਟੀ ਦਿਓ। ਉਹ ਫਿਰ ਡੇ ਬਾਈ ਡੇ ਪ੍ਰੋਲੋਂਗ ਹੋ ਰਹੀ ਸੀਗੀ ਗੱਲ, ਤਾਂ ਮੈਂ ਕੱਲ ਵੀ ਫਿਰ ਇਹੀ ਰਿਕੁਐਸਟ ਕਰਨ ਦਿੱਤੀ ਤਾਂ ਉਹ ਫਿਰ ਥੋੜਾ ਜਿਹਾ ਫਿਰ ਪ੍ਰੋਲੋਂਗ ਹੋ ਗਿਆ। ਅੱਜ ਵੀ ਫਿਰ ਮੈਂ ਕੀਤੀ ਤਾਂ ਫਿਰ ਮੈਂ ਕਿਹਾ ਇਟ ਇਜ਼ ਬੈਟਰ ਕਿ ਮੈਂ। ਪਰ ਜੀ ਸਾਹਿਬ ਤੁਸੀਂ ਇਹ ਦੱਸੋ, ਬਿਲਕੁਲ ਤੁਸੀਂ ਵਕੀਲ ਹੋ, ਵਕੀਲਾਂ ਨੂੰ ਸ਼ਬਦਾਂ ਦੇ ਨਾਲ ਖੇਲਣਾ ਆਉਂਦਾ ਹੈਗਾ, ਸਾਰਿਆਂ ਨੂੰ ਪਤਾ ਹੈ, ਪਰਸਨਲ ਰੀਜ਼ਨਸ ਬਿਲਕੁਲ, ਲੇਕਿਨ ਤੁਸੀਂ ਇਹ ਦੱਸੋ ਕਿ ਕਿਉਂਕਿ ਕਿਆਸ ਜਿਹੜੇ ਨੇ ਗੱਲਾਂ ਬਾਤਾਂ ਜਿਹੜੀਆਂ ਨੇ ਕਾਫੀ ਚੱਲ ਰਹੀਆਂ ਨੇ, ਚੀਫ ਸੈਕਟਰੀ ਦੇ ਨਾਲ ਜਿਹੜੀ ਹੈਗੀ ਹੈ ਕਾਫੀ ਕਹਾਸੁਣੀ ਹੋਈ ਹੈਗੀ ਹੈ, ਤਾਲਮੇਲ ਨਹੀਂ ਸੀ ਬੈਠ ਰਿਹਾ, ਦਿੱਲੀ ਜਿਹੜਾ ਹੈਗਾ ਉਹ ਡਿਕਟੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜਾਬ ਏਜੀ ਆਫਿਸ ਨੂੰ, ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਹੋਈਆਂ ਨੇ, ਤੁਹਾਡਾ ਰਿਐਕਸ਼ਨ ਇਹ ਤੇ ਚਾਹਾਂਗੇ। ਨਹੀਂ ਦੇਖੋ, ਚੀਫ ਸੈਕਟਰੀ ਸਾਹਿਬ ਤਾਂ ਮੇਰੇ ਬਹੁਤ ਪਰਸਨਲ ਦੋਸਤ ਹੈ, ਕੋਈ ਅੱਜ ਦੇ ਨਹੀਂ, 20 ਸਾਲਾਂ ਦੇ ਅਸੀਂ ਦੋਸਤ ਹੈ ਜੰਜਵਾ ਸਾਹਿਬ ਨਾਲ, ਤੇ ਮੈਂ ਤਾਂ ਉਹਨਾਂ ਨੂੰ ਪਿਛਲੇ 20 ਦਿਨ ਹੋ ਗਏ ਮਿਲਿਆ ਹੀ ਨਹੀਂ ਗਾ। ਜ਼ਿਆਦਾ 20 ਦਿਨ ਹੋ ਸਕਦਾ 15 ਦਿਨ ਪਹਿਲੇ ਮਿਲਿਆ ਹਾਂ, ਤਾਂ ਵੀ ਆਰ ਵੈਰੀ ਗੁੱਡ ਫਰੈਂਡ। ਆਪ ਸਰਕਾਰ 'ਚ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਮੁੱਖ ਸਕੱਤਰ ਅਤੇ ਡੀਜੀਪੀ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਅਜਿਹੇ 'ਚ ਇੰਨੇ ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਦੇ ਸਰਕਾਰ ਦੇ ਨਾਲ ਤਾਲਮੇਲ ਤੇ ਸਵਾਲ ਉੱਠ ਰਹੇ ਨੇ, ਸਵਾਲ ਵਿਰੋਧੀ ਚੁੱਕ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਦਿੱਲੀ ਦੀ ਦਖਲ ਅੰਦਾਜ਼ੀ ਕਰਕੇ ਅਫਸਰ ਘੁਟਨ ਮਹਿਸੂਸ ਕਰ ਰਹੇ ਨੇ। ਭਾਜਪਾ ਨੇ ਮੁੱਖ ਮੰਤਰੀ ਤੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਦੇ ਇਲਜ਼ਾਮ ਲਗਾਏ ਨੇ। ਉਧਰ ਕਾਂਗਰਸ ਨੇ ਤੰਜ ਕੱਸਦਿਆਂ ਕਿਹਾ ਹੈ ਕਿ ਅਫਸਰਾਂ ਦੇ ਅਸਤੀਫੇ ਹੀ ਆਪ सरकार ਦਾ नवा बदलाव है। गैर संवैधानिक तरीके से, गैर कानूनी तरीके से दिल्ली से सरकार को चलाने की कोशिश हो रही है, उससे स्टेट के जो सीनियर मोस्ट अफसर हैं उनको घुटन महसूस हो रही है। ये उस चीज़ का प्रगटावा है कि किस तरीके से हुक्म दिल्ली से आते हैं और नीचे जब इम्प्लीमेंट करने को बोला जाता है तो अफसरों को दिक्कत होती है। तो 3 महीने में अगर स्थिति यहाँ तक पहुँच गई है तो हाल क्या है, किस तरीके से सरकार चलाई जा रही है, ये सबके सामने, तो उसी का ही ये नतीजा। भगवंत मान जी मुख्यमंत्री ਤੁਹਾਨੂੰ ਬਣਾਇਆ ਗਿਆ। ਅੱਜ ਜਿਹੜਾ ਇਹ ਕ੍ਰਾਈਸਿਸ ਡਿਵੈਲਪ ਹੋਇਆ ਹੈ ਨਾ, ਚਾਹੇ ਉਹ ਚੀਫ ਸੈਕਟਰੀ ਨੂੰ ਬਦਲਣਾ ਪੈ ਗਿਆ, ਚਾਹੇ ਡੀਜੀਪੀ ਨੂੰ ਬਦਲਣਾ ਪੈ ਗਿਆ, ਚਾਹੇ ਅਨਮੋਲ ਰਤਨ ਜੀ ਚਲੇ ਗਏ ਨੇ ਐਡਵੋਕੇਟ ਜਨਰਲ, ਇਹਦਾ ਕਾਰਨ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ? ਕੰਸਟੀਟਿਊਸ਼ਨਲੀ ਤੁਸੀਂ ਭਗਵੰਤ ਮਾਨ ਜੀ ਮੁੱਖ ਮੰਤਰੀ ਨੇ,
लेकिन ऑर्डर कौन देता पे? अरविंद केजरीवाल। आ कर लो, आ ना करो। ऑर्डर कौन दे रहे? राघव चड्डा। आ करना है, आ नहीं करना। मैं पूछदा अरविंद केजरीवाल और राघव चड्डा को की अथॉरिटी है सरकारी ਕੰਮਾਂ 'ਚ दखल अंदाजी करन दी? मुख्यमंत्री तुसी ਤੁਹਾਨੂੰ ਬਣਾ ਕੇ ਭੇਜਿਆ ਭਗਵੰਤ ਮਾਨ ਜੀ, अपनी अथॉरिटी ਨੂੰ ਸਮਝੋ। ਇਹ ਦਿੱਲੀ ਵਾਲਿਆਂ ਕੇ ਗੋਡੇ ਟੇਕਣੇ ਛੱਡ ਦਿਓ। ਅਨਮੋਲ ਰਤਨ ਸਿੱਧੂ ਦੇ ਅਸਤੀਫੇ ਦੇ ਕੀ ਕਾਰਨ ਨੇ, ਇਸ ਨੂੰ ਲੈ ਕੇ ਵੀ ਕਿਆਸਰਾਈਆਂ ਜ਼ੋਰਾਂ ਤੇ ਨੇ। ਸੂਤਰਾਂ ਮੁਤਾਬਕ ਅਸਤੀਫੇ ਦੇ ਸੰਭਾਵਿਤ ਕਾਰਨ ਨੇ ਲਾਅ ਅਫਸਰਾਂ ਦੀ ਨਿਯੁਕਤੀ ਤੇ ਤਾਲਮੇਲ ਦੀ ਕਮੀ, ਚੀਫ ਸਕੱਤਰ ਦੇ ਨਾਲ ਜ਼ੋਰਦਾਰ ਬਹਿਸ, ਦਿੱਲੀ ਤੋਂ ਹੋ ਰਹੀ ਦਖਲਅੰਦਾਜ਼ੀ ਤੋਂ ਨਾ ਖੁਸ਼ ਹੋਣਾ। ਉਧਰ ਪੰਜਾਬ ਦੇ ਨਵੇਂ ਬਣਨ ਜਾ ਰਹੇ ਏਜੀ ਵਿਨੋਦ ਕਈ ਦਾ ਵੀ ਬਿਆਨ ਹੈ। ਪੀਡੀਸੀ ਨਿਊਜ਼ ਤੇ ਵਿਨੋਦ ਕਈ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਨਿਯੁਕਤੀ ਮੈਰਿਟ ਦੇ ਆਧਾਰ ਤੇ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਭਰੋਸੇ ਤੇ ਪੂਰਾ ਖਰਾ ਉਤਰਨ ਦੀ ਉਹ ਕੋਸ਼ਿਸ਼ ਕਰਨਗੇ। ਉਹਨਾਂ ਨੇ ਮੈਰਿਟ ਤੇ ਮੈਨੂੰ ਕਾਲ ਕੀਤਾ ਸੀ ਔਰ ਉਹਨਾਂ ਦੀ ਕੋਈ ਗੱਲ ਸੀ, ਮੈਨੂੰ ਕੁਝ ਹੋਰ ਗੱਲ ਨਹੀਂ ਗਈ। ਉਹਨਾਂ ਨੇ ਕਿਹਾ ਵੀ ਕਈ ਸਾਹਿਬ ਆਪਾਂ ਮਿਲ ਕੇ ਕਰਪਸ਼ਨ ਫ੍ਰੀ ਸਰਕਾਰ ਦਾ ਜਿਹੜਾ ਸੀ ਮੁੱਦਾ ਹੈਗਾ, ਜਿਸ ਗੱਲ ਤੇ ਅਸੀਂ ਬਦਲਾਵ ਕੀਤਾ, ਉਸ ਬਦਲਾਵ 'ਚ ਆਪਾਂ ਫਾਰਵਰਡ ਜਾਵਾਂਗੇ। ਉਹਨਾਂ ਨੇ ਮੈਨੂੰ ਕਿਹਾ ਵੀ ਜਿੱਦਾਂ ਸਰਕਾਰ ਓਨੈਸਟੀ ਤੇ ਇੰਟੈਗ੍ਰਿਟੀ ਦੀ ਹੈ ਉਦਾਂ ਹੀ ਤੁਸੀਂ ਹੋ, ਇਸ ਕਰਕੇ ਤੁਹਾਨੂੰ ਬੁਲਾਇਆ ਔਰ ਆਪਾਂ ਇਦਾਂ ਹੀ ਇਕੱਠੇ ਹੋ ਕੇ ਚੱਲਣਾ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੀ ਰਿਸਪੌਂਸਿਬਿਲਿਟੀ ਮੈਨੂੰ ਦਿੱਤੀ ਹੈ ਉਹਨੂੰ ਮੈਂ ਠੀਕ ਤਰ੍ਹਾਂ ਨਿਭਾਵਾਂ। ਤੁਸੀਂ ਹਮੇਸ਼ਾ ਸਰਕਾਰ ਦੇ ਖਿਲਾਫ ਲੜਦੇ ਆਏ ਹੈਗੇ ਔਰ ਹੁਣ ਸਰਕਾਰ ਵੱਲੋਂ ਲੜੋਗੇ, ਇਸ ਨੂੰ ਕਿੱਦਾਂ ਦੇਖਦੇ ਹੋ? ਦੇਖੋ ਇਦਾਂ ਜ਼ਰੂਰੀ ਨਹੀਂ ਹੈ, ਅਸੀਂ ਕੰਪਲੇਂਟ ਵੱਲੋਂ ਵੀ ਪੇਸ਼ ਹੁੰਦੇ ਰਹੇ ਐਂਡ ਆਈ ਹੈਵ ਬੀਨ ਅਪੀਅਰਿੰਗ ਫॉर ਦੀ ਸਟੇਟ ਆਲਸੋ ਇਨ ਸਮ ਕੇਸਿਸ ਡਿਊਰਿੰਗ ਦਿਸ ਗਵਰਨਮੈਂਟ। ਸਵਾਲ ਆਪ ਸਰਕਾਰ ਤੇ ਜ਼ਰੂਰ ਉੱਠ ਰਹੇ ਨੇ, ਪਰ ਐਡਵੋਕੇਟ ਜਨਰਲ ਬਦਲੇ ਜਾਣ ਦਾ ਟ੍ਰੈਂਡ ਕਾਂਗਰਸ ਰਾਜ ਦੇ ਅਖੀਰਲੇ ਦੌਰ 'ਚ ਹੀ ਸ਼ੁਰੂ ਹੋ ਗਿਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ 10 ਮਹੀਨਿਆਂ 'ਚ ਹੀ ਪੰਜਾਬ 'ਚ 5 ਐਡਵੋਕੇਟ ਜਨਰਲ ਬਦਲ ਦਿੱਤੇ ਗਏ। ਅਤੁਲ ਨੰਦਾ ਦਾ ਕਾਰਜਕਾਲ 16 ਮਾਰਚ 2017 ਤੋਂ 19 ਸਤੰਬਰ 2021 ਤੱਕ ਰਿਹਾ, ਜਿਨ੍ਹਾਂ ਪੂਰੇ 4 ਸਾਲ 6 ਮਹੀਨੇ ਸੇਵਾਵਾਂ ਨਿਭਾਈਆਂ। ਏਪੀਐਸ ਦਿਓਲ ਦਾ ਕਾਰਜਕਾਲ 27 ਸਤੰਬਰ 2021 ਤੋਂ ਲੈ ਕੇ 1 ਨਵੰਬਰ 2021 ਤੱਕ ਰਿਹਾ, ਜੋ ਕਿ 2 ਮਹੀਨੇ 6 ਦਿਨਾਂ ਤੱਕ ਆਪਣੇ ਅਹੁਦੇ ਤੇ ਰਹੇ। ਪੀਐਸ ਪਟਵਾਲੀਆ ਦਾ ਕਾਰਜਕਾਲ 19 ਨਵੰਬਰ 2021 ਤੋਂ ਲੈ ਕੇ 11 ਮਾਰਚ 2022 ਤੱਕ ਰਿਹਾ, ਜਿਨ੍ਹਾਂ 3 ਮਹੀਨੇ 22 ਦਿਨ ਦੀਆਂ ਸੇਵਾਵਾਂ ਨਿਭਾਈਆਂ। ਅਨਮੋਲ ਰਤਨ ਸਿੱਧੂ ਦਾ ਕਾਰਜਕਾਲ 19 ਮਾਰਚ 2022 ਤੋਂ ਲੈ ਕੇ 19 ਜੁਲਾਈ 2022 ਤੱਕ ਰਿਹਾ, ਜਿਨ੍ਹਾਂ 4 ਮਹੀਨਿਆਂ ਤੱਕ ਸੇਵਾਵਾਂ ਨਿਭਾਈਆਂ। ਤੇ ਹੁਣ 26 ਜੁਲਾਈ 2022 ਤੋਂ ਵਿਨੋਦ ਕਈ ਦਾ ਕਾਰਜਕਾਲ ਸ਼ੁਰੂ ਹੋਣ ਜਾ ਰਿਹਾ। ਪੰਜਾਬ ਦੇ ਕਈ ਵੱਡੇ ਮੁੱਦਿਆਂ ਦੀ ਅਦਾਲਤ 'ਚ ਪੈਰਵੀ ਕਰਨ ਦੇ ਲਈ ਏਜੀ ਦੀ ਭੂਮਿਕਾ ਅਹਿਮ ਰਹਿੰਦੀ ਹੈ। ਲਗਾਤਾਰ ਇਹਨਾਂ ਅਹੁਦਿਆਂ ਤੇ ਹੋ ਰਹੀਆਂ ਬਦਲੀਆਂ ਸੂਬੇ ਦੇ ਪੱਖ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ, ਸਮਝਣਾ ਮੁਸ਼ਕਲ ਨਹੀਂ। ਵੇਖਣਾ ਹੁਣ ਇਹੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਭਰੋਸੇ ਤੇ ਖਰਾ ਉਤਰਨ ਦੀ ਗੱਲ ਕਰਨ ਵਾਲੇ ਨਵ ਨਿਯੁਕਤ ਏਜੀ ਵਿਨੋਦ ਕਈ ਦਾ ਕਾਰਜਕਾਲ ਕਿਹੋ ਜਿਹਾ ਰਹਿੰਦਾ ਹੈ। ਬਿਊਰੋ ਰਿਪੋਰਟ, ਪੀਟੀਸੀ ਨਿਊਜ਼। ਤਾਂ ਐਡਵੋਕੇਟ ਜਨਰਲ ਦੇ ਅਸਤੀਫੇ ਦੇ ਉੱਪਰ ਵਿਰੋਧੀ ਕੀ ਕਹਿ ਰਹੇ ਨੇ ਤੁਸੀਂ ਸਭ ਸੁਣਿਆ, ਤੇ ਸਰਕਾਰ ਕੀ ਕਹਿ ਰਹੀ ਹੈ ਇਹ ਤੁਹਾਨੂੰ ਮੁੱਖ ਮੰਤਰੀ ਦੇ ਮੂੰਹੋਂ ਹੀ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਦੇ ਉੱਪਰ ਆਇਆ ਹੈ ਤੇ ਉਹ ਕਹਿ ਰਹੇ ਨੇ ਕਿ ਇਹ ਪ੍ਰਸ਼ਾਸਨਿਕ ਫੇਰਬਦਲ ਹੈ, ਜਿਹੜੇ ਹੁੰਦੇ ਹੀ ਰਹਿੰਦੇ ਆ, ਪਰ ਹਰ 2-4 ਮਹੀਨਿਆਂ ਬਾਅਦ ਇਹ ਫੇਰਬਦਲ ਹੋਣਾ, ਜੇ ਇਸ ਨੂੰ ਵੀ ਕਿਹਾ ਜਾਵੇ ਕਿ ਪ੍ਰਸ਼ਾਸਨਿਕ ਫੇਰਬਦਲ ਹੁੰਦੇ ਰਹਿੰਦੇ ਆ ਤਾਂ ਉਹ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਕਰਦਾ। ਭਗਵੰਤ ਮਾਨ ਕਹਿ ਰਹੇ ਨੇ ਕਿ ਪ੍ਰਸ਼ਾਸਨਿਕ ਫੇਰਬਦਲ ਹੁੰਦੇ ਰਹਿੰਦੇ ਨੇ। ਅਸਤੀਫੇ 'ਚ ਅਨਮੋਲ ਰਤਨ ਨੇ ਅਸਤੀਫੇ ਦੇ ਨਿੱਜੀ ਕਾਰਨ ਦੱਸੇ ਸਨ ਤੇ ਮੇਰੇ ਵੱਲੋਂ ਉਹਨਾਂ ਨੂੰ ਫੈਸਲੇ ਨੂੰ ਮੁੜ ਵਿਚਾਰਨ ਦੇ ਲਈ ਸਮਾਂ ਵੀ ਦਿੱਤਾ ਗਿਆ ਸੀ, ਪਰ ਉਹ ਨਹੀਂ ਮੰਨੇ ਨੇ। ਇੱਕ ਹਫ਼ਤਾ ਪਹਿਲਾਂ ਜਿਹੜਾ ਅਸਤੀਫਾ ਦੇਣ ਦੀ ਗੱਲ ਆ ਰਹੀ, ਉਹਨਾਂ ਨੇ ਕਿਹਾ ਕਿ ਹਾਂ ਮੈਂ ਸਮਾਂ ਦਿੱਤਾ ਸੀ ਕਿ ਵਿਚਾਰ ਲਓ, ਪਰ ਉਹਨਾਂ ਨੇ ਫਿਰ ਕਿਹਾ ਕਿ ਉਹਨਾਂ ਨੂੰ ਅਸਤੀਫਾ ਚਾਹੀਦਾ ਹੈ। ਸਰਕਾਰ ਵੱਲੋਂ ਵਿਨੋਦ ਕਈ ਨੂੰ ਜਿਹੜਾ ਹੈ ਨਵਾਂ ਏਜੀ ਨਿਯੁਕਤ ਕੀਤਾ ਗਿਆ ਹੈ। ਅਨਮੋਲ ਰਤਨ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਨਮੋਲ ਰਤਨ ਸਾਡੀ ਟੀਮ ਦੇ ਮੈਂਬਰ ਬਣੇ ਰਹਿਣਗੇ, ਅਸੀਂ ਉਹਨਾਂ ਤੋਂ ਜਿਹੜੀ ਸਲਾਹ ਮਸ਼ਵਰਾ ਉਹ ਇਸੇ ਤਰ੍ਹਾਂ ਲੈਂਦੇ ਰਵਾਂਗੇ ਜਿਵੇਂ ਉਹਨਾਂ ਦਾ ਐਜ਼ ਏਜੀ ਲੈ ਰਹੇ ਸੀ। इस्तीफा हुआ है, ये कहा जा रहा है कि वो खुश नहीं थे कामकाज से और इस वजह से वो नहीं ऐसा कुछ नहीं है। प्रशासनिक फेरबदल होते रहते हैं। एजी साहब बहुत ही सीनियर वकील हैं और हमारी टीम के मेंबर हैं और आने वाले दिनों में उनका कानूनी जानकारी का इस्तेमाल भी करते रहेंगे और वो हमारी टीम के मेंबर हैं। ऐसी कोई बात नहीं है, ये तो सब इधर उधर से बातें आ रही हैं। तो अनमोल रतन सिद्धू जी जो थे उन्होंने इस्तीफा दिया। कुछ उनकी आने वाले दिनों में कुछ उनकी पहले जो एंगेजमेंट थी, कमिटमेंट्स थी, वो लिखा भी है उन्होंने अपने उसमें। 2-4 दिन तो मतलब मैंने भी कहा कि देख लो अगर चलता है कुछ, वो कहते नहीं जी
मैं कोई किसी बात से दुखी नहीं हूं, लेकिन मेरा इस्तीफा एक्सेप्ट कर लीजिए। गवर्नमेंट ने एक और सीनियर वकील विनीत घई जी को जो है एजी नियुक्त किया है। ਤੇ ਉਧਰ ਸੁਨੀਲ ਜਾਖੜ ਦਾ ਬਿਆਨ ਵੀ ਆਇਆ। ਐਡਵੋਕੇਟ ਜਨਰਲ ਦੇ ਅਸਤੀਫੇ ਦੇ ਉੱਪਰ ਭਾਜਪਾ ਦੇ ਆਗੂ ਹੋ ਚੁੱਕੇ ਸੁਨੀਲ ਜਾਖੜ, ਉਹਨਾਂ ਦਾ ਮਾਨ ਸਰਕਾਰ ਤੇ ਵੱਡਾ ਹਮਲਾ ਵੇਖਣ ਨੂੰ ਮਿਲਿਆ। ਤਾਂ ਸੁਨੀਲ ਜਾਖੜ ਇੱਕ ਵੱਡਾ ਹਮਲਾ ਕਰਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇਹ ਚੰਨੀ ਸਰਕਾਰ ਵਾਲੇ ਰਸਤੇ ਦੇ ਉੱਪਰ ਤੁਰ ਪਈ ਹੈ। ਭਗਵੰਤ ਮਾਨ ਸਰਕਾਰ ਚੰਨੀ ਸਰਕਾਰ ਵਾਲੇ ਰਸਤੇ ਤੇ ਤੁਰ ਪਈ ਹੈ। ਉਸ ਵੇਲੇ ਜਿਹੜੇ ਸੁਨੀਲ ਜਾਖੜ ਨੇ ਉਹ ਵੀ ਕਾਂਗਰਸ 'ਚ ਹੁੰਦੇ ਸਨ ਤੇ ਉਸ ਵੇਲੇ ਵੀ ਸਵਾਲ ਚੱਕਦੇ ਸਨ। ਚੰਨੀ ਸਰਕਾਰ 'ਚ ਵੀ ਪਹਿਲਾਂ ਡੀਜੀਪੀ ਗਏ, ਫਿਰ ਐਡਵੋਕੇਟ ਜਨਰਲ ਗਏ, ਪਹਿਲਾਂ ਹਰੀਸ਼ ਚੌਧਰੀ ਤੇ ਹੁਣ ਰਘਵ ਚੱਡਾ ਕਠਪੁਤਲੀਆਂ ਨਚਾ ਰਹੇ ਨੇ। ਤਾਂ ਸੁਨੀਲ ਜਾਖੜ ਦਾ ਇੱਕ ਵੱਡਾ ਹਮਲਾ ਆਪਣੀ ਹੀ ਪਹਿਲੀ ਜਿਹੜੀ ਹੈ ਕਾਂਗਰਸ ਸਰਕਾਰ ਦੇ ਉੱਪਰ ਵੀ ਤੇ ਹੁਣ ਭਾਜਪਾ 'ਚ ਨੇ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਉੱਪਰ ਕਰ ਰਹੇ ਨੇ। ਲਿਖਿਆ ਕਿ ਇੰਜ ਲੱਗ ਰਿਹਾ ਜਿਵੇਂ ਭਗਵੰਤ ਮਾਨ ਸਰਕਾਰ ਵੀ ਚੰਨੀ ਸਰਕਾਰ ਦੇ ਰਸਤੇ ਤੇ ਚੱਲ ਰਹੀ ਹੈ। ਜ਼ਬਰਦਸਤ ਸਮਾਨਤਾਵਾਂ, ਉਦੋਂ ਵੀ ਪਹਿਲਾਂ ਡੀਜੀਪੀ ਹਟਾਏ ਗਏ ਤੇ ਫਿਰ ਐਡਵੋਕੇਟ ਜਨਰਲ, ਹੁਣ ਵੀ ਉਹੀ ਸਕ੍ਰਿਪਟ ਦੁਹਰਾਈ ਜਾ ਰਹੀ ਹੈ, ਸਿਰਫ ਕਿਰਦਾਰ ਬਦਲ ਗਏ ਨੇ। ਪਹਿਲਾਂ ਕਠਪੁਤਲੀ ਕੰਟਰੋਲ ਕਰਨ ਵਾਲੇ ਹਰੀਸ਼ ਸਨ ਜਿਹੜੇ ਕਾਂਗਰਸ ਦੇ ਆਗੂ ਨੇ ਤੇ ਹੁਣ ਰਾਘਵ ਚੱਡਾ। ਹਰ ਹਾਲ 'ਚ ਪੰਜਾਬ ਦਾ ਨੁਕਸਾਨ ਹੋ ਰਿਹਾ। ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਐਡਵੋਕੇਟ ਜਨਰਲ ਦੇ ਅਸਤੀਫੇ ਦੇ ਉੱਤੇ ਮਾਨ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ। ਇਸ ਨੂੰ ਲੈ ਕੇ ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਲਿਖਿਆ ਕਿ ਏਜੀ ਦੇ ਅਚਾਨਕ ਬਦਲਾਅ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਗਵੰਤ ਮਾਨ ਸਰਕਾਰ ਸਿਰਫ ਦਿਸ਼ਾਹੀਣ ਤੇ ਅਸਥਿਰ ਹੀ ਨਹੀਂ, ਸਗੋਂ ਸੀਐਮ ਦੀ ਥਾਂ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚਲਾਈ ਜਾ ਰਹੀ ਹੈ। ਤਾਂ ਕਿਸ ਤਰ੍ਹਾਂ ਬਦਲਾਅ ਹੋ ਰਹੇ ਨੇ? ਪਿਛਲੇ 3 ਮਹੀਨਿਆਂ 'ਚ 3 ਵੱਡੇ ਅਫਸਰਾਂ ਦੇ ਅਸਤੀਫੇ ਹੋਏ ਨੇ। ਇਹ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕਿਸ ਤਰ੍ਹਾਂ ਦੇ ਨਾਲ ਇਹ ਵੱਡੇ ਅਸਤੀਫੇ ਹੋਏ ਨੇ। ਡੀਜੀਪੀ ਪੰਜਾਬ ਜਿਹੜੇ ਨੇ ਇਹ ਵੀ ਬਦਲ ਕੇ ਹੁਣ ਗੌਰਵ ਯਾਦਵ ਨੂੰ ਲਾਇਆ ਗਿਆ। ਹੁਣ ਐਡਵੋਕੇਟ ਜਨਰਲ ਵਿਨੋਦ ਘਈ ਬਣੇ ਨੇ। ਇਹ ਜਿਹੜੇ ਚੀਫ ਸੈਕਟਰੀ ਨੇ ਉਹ ਵੀ ਹੁਣ ਜਿਹੜੇ ਜੰਜੂਆ ਬਣੇ ਨੇ। ਇਹ ਜਿਹੜੇ ਪਹਿਲਾਂ ਹੁੰਦੇ ਸਨ ਸਾਬਕਾ ਡੀਜੀਪੀ ਵੀਕੇ ਪਵਰਾ, ਸਾਬਕਾ ਐਡਵੋਕੇਟ ਜਨਰਲ ਜਿਹੜੇ ਹੋ ਗਏ ਨੇ ਹੁਣ ਅਨਮੋਲ ਰਤਨ ਸਿੱਧੂ, ਅਨੁਰੁੱਧ ਤਿਵਾਰੀ, ਸਾਬਕਾ ਸੀਐਸ ਜਿਹੜੇ ਨੇ ਚੀਫ ਸੈਕਟਰੀ, ਇਹ ਵੀ ਜਿਹੜੇ ਨੇ ਹੁਣ ਸਾਬਕਾ ਹੋ ਗਏ ਨੇ ਤੇ ਹੁਣ ਇਹ ਨਵੇਂ ਆ ਗਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਵੱਡੇ ਅਫਸਰ ਡੀਜੀਪੀ, ਐਡਵੋਕੇਟ ਜਨਰਲ ਤੇ ਚੀਫ ਸੈਕਟਰੀ, ਇਹਨਾਂ ਦੇ ਹੀ ਵਾਰ-ਵਾਰ ਬਦਲਾਅ ਹੋਣਾ ਇੱਕ ਸਰਕਾਰ ਦੇ ਅੰਦਰ ਤੇ ਹਜੇ 3-4 ਮਹੀਨਿਆਂ ਦੇ ਵਿੱਚ ਹੀ ਇਸ ਤਰ੍ਹਾਂ ਵਾਰ-ਵਾਰ ਬਦਲਾਅ ਹੋਣਾ ਕਈ ਵੱਡੇ ਸਵਾਲ ਜਿਹੜਾ ਹੈ ਉਹ ਖੜੇ ਕਰ ਰਿਹਾ ਹੈ।